ਜਿਵੇਂ ਘਰ ਦਾ ਸਮਾਨ ਕੋਈ ਖਰੀਦਣਾ ਤਾਂ ਉਹ ਵੀ ਮਹਿੰਗੇ ਹੋਏ ਨੇ, ਲੇਕਿਨ ਹੁਣ ਜਿਹੜਾ ਘਰ ਬਣਾਉਣਾ ਵਾ ਤਾਂ ਉਹਦੇ ਲਈ ਵੀ ਮਹਿੰਗਾਈ ਜਿਹੜੀ ਹੈ ਝੱਲਣੀ ਪੈ ਰਹੀ ਹੈ। ਜਿਵੇਂ ਸੀਮੈਂਟ ਦੀ ਬੋਰੀ ਪਹਿਲੇ ਆ ਰਹੀ ਸੀ 370 ਰੁਪਏ, ਅੱਜ ਦੀ ਰੇਟ 'ਚ 460 ਰੁਪਏ 470 ਰੁਪਏ ਬੋਰੀ ਹੋ ਗਈ ਹੈ। ਇੱਦਾਂ ਹੀ ਸੈਂਟਰੀ ਗੁੱਡਸ ਦੇ ਵਿੱਚ 40% ਦਾ ਇਨਕਰੀਜ਼ ਹੈ। ਲੋਹਾ ਆ ਰਿਹਾ ਸੀਗਾ 48 ਰੁਪਏ 46 ਰੁਪਏ, ਅੱਜ ਦੀ ਰੇਟ 'ਚ 85 ਰੁਪਏ 86 ਰੁਪਏ ਲੋਹਾ ਹੋ ਗਿਆ, ਡਬਲ। ਇਟ ਮੀਨਸ ਜੇ ਪਹਿਲੇ ਮਕਾਨ ਤੁਸੀਂ ਬਣਾਉਣਾ ਸੀ ਉਸ ਤੋਂ ਘੱਟੋ ਘੱਟ 40 ਤੋਂ 50% ਇਨਕਰੀਜ਼ ਹੋ ਗਿਆ ਸਾਰੇ ਮਟੀਰੀਅਲ ਦੇ ਵਿੱਚ ਟੋਟਲ। ਗਵਰਨਮੈਂਟ ਦਾ ਮੇਨਲੀ ਕੰਟਰੋਲ ਹੀ ਨਹੀਂ ਹੈ। ਹੁਣ ਜੇ ਡੀਜ਼ਲ ਪੈਟਰੋਲ ਵਧੂਗਾ ਤੇ ਬਟ ਨੈਚੁਰਲੀ ਹਰ ਚੀਜ਼ ਦਾ ਰੇਟ ਵੱਧ ਜੂਗਾ, ਟਰਾਂਸਪੋਰਟੇਸ਼ਨ ਵੱਧ ਗਈ, ਬਾਕੀ ਰੇਟਸ ਕਿਸੇ ਦੀ ਕੋਈ ਸਮਝ ਨਹੀਂ। ਇਹਨਾਂ ਨੇ ਪ੍ਰਾਈਵੇਟ ਕੰਪਨੀਜ਼ ਦੇ ਹੱਥ 'ਚ ਦੇ ਦਿੱਤਾ ਸਾਰਾ ਕੁਝ। ਰੇਟ ਜਿਵੇਂ 370 ਰੁਪਏ ਬੋਰੀ ਹੈ ਐਗਜ਼ਾਮਪਲ, ਤੇ 380 ਹੋ ਗਈ, ਫਿਰ 6 ਮਹੀਨੇ ਖੜੀ ਰਹਿੰਦੀ ਸੀ ਵੀ ਉੱਥੇ ਹੀ ਹੈ। ਇੱਥੇ ਕੁਝ ਪਤਾ ਨਹੀਂ ਹੈ ਵੀ ਅਗਲੇ ਦਿਨ 370 ਆ, ਉਸ ਤੋਂ ਬਾਅਦ 400 ਹੋਊਗੀ, ਉਸ ਤੋਂ ਬਾਅਦ 430 ਹੋਊਗੀ, ਕਿਉਂਕਿ ਕੁਝ ਵੱਡੇ ਘਰਾਣਿਆਂ ਦੇ ਹੱਥ 'ਚ ਹੀ ਚਲਾ ਗਿਆ ਸਾਰਾ ਕੁਝ। ਪਹਿਲੇ ਕੀ ਸੀਗਾ, ਖਾਣ ਪੀਣ ਦੀਆਂ ਚੀਜ਼ਾਂ ਤੇ ਕੰਟਰੋਲ ਸੀਗਾ, ਉਸ ਤੇ ਕਾਲਾ ਬਾਜ਼ਾਰੀ ਕਾਨੂੰਨ ਸੀਗਾ। ਇਹਨਾਂ ਨੇ ਕਾਨੂੰਨ ਹਟਾ ਕੇ ਸੈਲੋ ਬਣਾ ਦਿੱਤੇ, ਵੱਡੀ ਕੰਪਨੀਆਂ ਨੂੰ ਦੇਤਾ। ਹੁਣ ਜਿੰਨਾ ਮਰਜ਼ੀ ਸਟਾਕ ਕਰ ਲਓ। ਜਿਹੜੇ ਕੁਝ ਘਰਾਣੇ ਆ ਉੱਪਰ ਦੇ ਕੁਝ ਬੰਦੇ ਆ, ਉਹ ਕਾਰਪੋਰੇਟ ਹਾਊਸ ਉਹੀ ਰੇਟ ਕੰਟਰੋਲ ਕਰ ਰਹੇ ਆ, ਤਾਂ ਹੀ ਰੇਟਸ ਇੱਦਾਂ ਹੋ ਰਹੇ ਫਲਕਚੁਏਟ। ਇਹ ਤੋਂ ਪਹਿਲੇ ਆਪਾਂ ਅੱਜ ਤੋਂ 8-10 ਸਾਲ ਪਹਿਲੇ ਦੇਖਿਆ ਸੀ ਕਦੀ ਰੇਟ ਅੱਜ ਇੰਨਾ ਸਵੇਰ ਨੂੰ ਇੰਨਾ ਹੋ ਗਿਆ। ਸਰਕਾਰ ਬੈਠ ਕੇ ਉੱਤੇ ਜੋ ਮਰਜ਼ੀ ਕਮਾਣ, ਉਹ ਤਾਂ ਕਹਿੰਦੀ 35 ਰੁਪਏ ਦੀ ਰੋਟੀ ਖਾ ਲੈਂਦਾ ਬੰਦਾ, ਉਹਨਾਂ ਨੂੰ 35 ਰੁਪਏ ਦੇ ਦਿਓ ਪੂਰੀ ਦਿਹਾੜੀ ਰੋਟੀ ਖਾ ਕੇ ਦਾ। ਕੋਈ ਪੋਸੀਬਲ ਹੀ ਨਹੀਂ ਆ। ਉਹ ਕਾਗਜ਼ੀ ਗੱਲਾਂ ਕਰਦੇ ਆ, ਪ੍ਰੈਕਟੀਕਲ ਵੇ ਦੇ ਵਿੱਚ ਗੱਲਾਂ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ। ਗੱਲ ਕੀਤੀ ਜਾਵੇ ਆਮ ਜਿਹੜੇ ਘਰਾਂ ਦੇ ਵਿੱਚ ਹੋਣ ਵਾਲੇ ਕੰਮਕਾਰ ਹੋਣ ਤਾਂ ਉਹਨਾਂ ਦੀ ਜਿਹੜੀ ਚੀਜ਼ਾਂ ਲਿਆਉਣ ਵਾਲੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਰੇਟ ਵੱਧਦੇ ਜਾ ਰਹੇ ਨੇ। ਲੇਕਿਨ ਉੱਥੇ ਹੀ ਗੱਲ ਕੀਤੀ ਜਾਵੇ ਅਗਰ ਘਰ ਬਣਾਉਣ ਨੂੰ ਲੈ ਕੇ ਜਾਂ ਫਿਰ ਕੋਈ ਕੰਸਟਰਕਸ਼ਨ ਨੂੰ ਲੈ ਕੇ ਅਗਰ ਕੋਈ ਕੰਮ ਕਰਨਾ ਹੈ ਤਾਂ ਉਸ ਦੇ ਵਿੱਚ ਕਿੰਨਾ ਫਰਕ ਪਿਆ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਰ, ਜਿਵੇਂ ਕਿ ਹੁਣ ਗੱਲ ਕੀਤੀ ਕੰਸਟਰਕਸ਼ਨ ਦੀ ਤਾਂ ਕਹਿੰਦੇ ਵੀ ਜਿਵੇਂ ਘਰ ਦਾ ਸਮਾਨ ਕੋਈ ਖਰੀਦਣਾ ਤਾਂ ਉਹ ਵੀ ਮਹਿੰਗੇ ਹੋਏ ਨੇ, ਲੇਕਿਨ ਹੁਣ ਜਿਹੜਾ ਘਰ ਬਣਾਉਣਾ ਵਾ ਤਾਂ ਉਹਦੇ ਲਈ ਵੀ ਮਹਿੰਗਾਈ ਜਿਹੜੀ ਹੈ ਝੱਲਣੀ ਪੈ ਰਹੀ ਹੈ। ਜਿਹੜੇ ਇਹਦਾ ਮਟੀਰੀਅਲ ਹੈਗਾ ਉਹਦੇ 30 ਤੋਂ 40% ਦਾ ਇਨਕਰੀਜ਼ ਹੋਇਆ। ਜਿਵੇਂ ਸੀਮੈਂਟ ਦੀ ਬੋਰੀ ਪਹਿਲੇ ਆ ਰਹੀ ਸੀ 370 ਰੁਪਏ, ਅੱਜ ਦੀ ਰੇਟ 'ਚ 460 ਰੁਪਏ 470 ਰੁਪਏ ਬੋਰੀ ਹੋ ਗਈ ਹੈ। ਇੱਦਾਂ ਹੀ ਸੈਂਟਰੀ ਗੁੱਡਸ ਦੇ ਵਿੱਚ 40% ਦਾ ਇਨਕਰੀਜ਼ ਹੈ। ਲੋਹਾ ਆ ਰਿਹਾ ਸੀਗਾ 48 ਰੁਪਏ 46 ਰੁਪਏ, ਅੱਜ ਦੀ ਰੇਟ 'ਚ 85 ਰੁਪਏ 86 ਰੁਪਏ ਲੋਹਾ ਹੋ ਗਿਆ, ਡਬਲ। ਇਟ ਮੀਨਸ ਜੇ ਪਹਿਲੇ ਮਕਾਨ ਤੁਸੀਂ ਬਣਾਉਣਾ ਸੀ ਉਸ ਤੋਂ ਘੱਟੋ ਘੱਟ 40 ਤੋਂ 50% ਇਨਕਰੀਜ਼ ਹੋ ਗਿਆ ਸਾਰੇ ਮਟੀਰੀਅਲ ਦੇ ਵਿੱਚ ਟੋਟਲ। ਤੇ ਇਸ ਦੀ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ ਵੀ ਹੁਣ ਜਿਹੜੀਆਂ ਗੁੱਡਸ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਜਾਂ ਮਹਿੰਗਾਈ ਕਿਸੇ ਹੋਰ ਚੀਜ਼ ਨੂੰ ਲੈ ਕੇ ਮੁੱਦਾ? ਗਵਰਨਮੈਂਟ ਦਾ ਕੰਟਰੋਲ ਹੀ ਨਹੀਂ ਹੈ ਇਸ ਦੇ ਉੱਤੇ ਕੋਈ। ਗਵਰਨਮੈਂਟ ਦਾ ਮੇਨਲੀ ਕੰਟਰੋਲ ਹੀ ਨਹੀਂ ਹੈ। ਹੁਣ ਜੇ ਡੀਜ਼ਲ ਪੈਟਰੋਲ ਵਧੂਗਾ ਤੇ ਬਟ ਨੈਚੁਰਲੀ ਹਰ ਚੀਜ਼ ਦਾ ਰੇਟ ਵੱਧ ਜੂਗਾ, ਟਰਾਂਸਪੋਰਟੇਸ਼ਨ ਵੱਧ ਗਈ, ਬਾਕੀ ਰੇਟਸ ਕਿਸੇ ਦੀ ਕੋਈ ਸਮਝ ਨਹੀਂ। ਇਹਨਾਂ ਨੇ ਪ੍ਰਾਈਵੇਟ ਕੰਪਨੀਜ਼ ਦੇ ਹੱਥ 'ਚ ਦੇ ਦਿੱਤਾ ਸਾਰਾ ਕੁਝ। ਉਹ ਜੋ ਮਰਜ਼ੀ ਨਾਲ ਰੇਟ ਲਾਉਂਦੇ ਆ ਉਹੀ ਰੇਟ ਹੋ ਜਾਂਦਾ। ਜਦੋਂ ਪਹਿਲਾਂ ਕੰਸਟਰਕਸ਼ਨ ਚੱਲਦੀ ਹੁੰਦੀ ਸੀ ਜਾਂ ਜਿਵੇਂ ਤੁਸੀਂ ਪਹਿਲਾਂ ਦੇਖਿਆ ਹੋਊਗਾ ਦੌਰ, ਤਾਂ ਉਸ ਦੇ ਵਿੱਚ ਤੇ ਹੁਣ ਦੇ ਵਿੱਚ ਜਿਹੜਾ ਫਰਕ ਮੰਨਦੇ ਹੋ ਤੇ ਕਿੰਨਾ ਮੰਨਦੇ ਹੋ? ਜੇ ਆਉਣ ਵਾਲੇ 15-20 ਸਾਲ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਪਹਿਲੇ ਕੀ ਹੁੰਦਾ ਸੀਗਾ ਵੀ ਰੇਟ ਜਿਵੇਂ 370 ਰੁਪਏ ਬੋਰੀ ਹੈ ਐਗਜ਼ਾਮਪਲ, ਤੇ 380 ਹੋ ਗਈ, ਫਿਰ 6 ਮਹੀਨੇ ਖੜੀ ਰਹਿੰਦੀ ਸੀ ਵੀ ਉੱਥੇ ਹੀ ਹੈ। ਇੱਥੇ ਕੁਝ ਪਤਾ ਨਹੀਂ ਹੈ ਵੀ ਅਗਲੇ ਦਿਨ 370 ਆ, ਉਸ ਤੋਂ ਬਾਅਦ 400 ਹੋਊਗੀ, ਉਸ ਤੋਂ ਬਾਅਦ 430 ਹੋਊਗੀ। ਉਹ ਤਾਂ ਕਹਿੰਦੇ ਅਸੀਂ ਮਾਰਕੀਟ ਦੇ ਹਿਸਾਬ ਨਾਲ, ਜਿਵੇਂ ਸ਼ੇਅਰ ਮਾਰਕੀਟ ਉੱਪਰ ਥੱਲੇ ਜਾਂਦੀ ਆ ਉੱਦਾਂ ਹੀ ਹੁਣ ਰੇਟ ਜਾ ਰਹੇ। ਉਹਦੀ ਕੋਈ ਸਟੇਬਿਲਿਟੀ ਨਹੀਂ, ਕਿਉਂਕਿ ਸਰਕਾਰ ਦਾ ਕੰਟਰੋਲ ਹੀ ਨਹੀਂ ਰਿਹਾ ਉਸ ਚੀਜ਼ ਦੇ ਉੱਤੇ ਕੋਈ ਸਾਡੇ ਹਿਸਾਬ ਨਾਲ। ਜੇ ਹੁਣ ਗੱਲ ਕੀਤੀ ਜਾਵੇ ਇਕੱਲੇ ਰਾਜ ਦੀ ਗੱਲ ਕਰਦੇ ਹਾਂ, ਪੰਜਾਬ ਰਾਜ ਦੀ ਗੱਲ ਕਰਦੇ, ਇਕੱਲੇ ਪੰਜਾਬ ਰਾਜ ਤੁਸੀਂ ਮੰਨਦੇ ਹੋ ਕਿ ਪੂਰੇ ਦੇਸ਼ ਭਰ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਹੈ? ਇਹ ਹਾਲ ਹੈ, ਕਿਉਂਕਿ ਕੁਝ ਵੱਡੇ ਘਰਾਣਿਆਂ ਦੇ ਹੱਥ 'ਚ ਹੀ ਚਲਾ ਗਿਆ ਸਾਰਾ ਕੁਝ। ਪਹਿਲੇ ਕੀ ਸੀਗਾ, ਖਾਣ ਪੀਣ ਦੀਆਂ ਚੀਜ਼ਾਂ ਤੇ ਕੰਟਰੋਲ ਸੀਗਾ, ਉਸ ਤੇ ਕਾਲਾ ਬਾਜ਼ਾਰੀ ਕਾਨੂੰਨ ਸੀਗਾ। ਇਹਨਾਂ ਨੇ ਕਾਨੂੰਨ ਹਟਾ ਕੇ ਸੈਲੋ ਬਣਾ ਦਿੱਤੇ, ਵੱਡੀ ਕੰਪਨੀਆਂ ਨੂੰ ਦੇਤਾ। ਹੁਣ ਜਿੰਨਾ ਮਰਜ਼ੀ ਸਟਾਕ ਕਰ ਲਓ। ਪਹਿਲੇ ਆਮ ਬੰਦਾ ਸਟਾਕ ਨਹੀਂ ਕਰ ਸਕਦਾ, ਮਾਰਕੀਟ 'ਚ ਵੇਚਣਾ ਪੈਂਦਾ ਸੀ। ਜਿਹੜਾ ਕੱਚਾ ਮਾਲ ਹੈ ਉਹਨੂੰ ਜੇ ਵੇਚਾਂਗੇ ਨਹੀਂ ਉਹ ਗਲ ਸੜ ਜਾਏਗਾ। ਜੇ ਹੁਣ ਤੁਸੀਂ ਬਾਹਰਲੇ ਕਿਸੇ ਕੰਪਨੀ ਦੇ ਵਿੱਚ ਜਾਂਦੇ ਹੋ, ਕਿਤੇ ਉੱਥੇ ਜਾ ਕੇ ਆਪਣਾ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਸ ਵੇਲੇ ਦੇ ਜਿਹੜਾ ਰੇਟ ਤੁਸੀਂ ਸੁਣਦੇ ਹੋ ਤਾਂ ਉਦੋਂ ਤੁਹਾਨੂੰ ਕਦੇ ਇੱਦਾਂ ਹੀ ਲੱਗਿਆ ਹੈ ਕਿ ਯਾਰ ਵੀ ਅੱਗੇ ਜਾ ਕੇ ਗੱਲ ਕਰਨੀ ਚਾਹੀਦੀ, ਇਸ ਦੇ ਬਾਰੇ ਮੁੱਦਾ ਚੱਕਣਾ ਚਾਹੀਦਾ ਵੀ ਹਾਂ ਇਸ ਦੇ ਉੱਤੇ ਵੀ ਕੰਟਰੋਲ ਕੀਤਾ ਜਾਵੇ? ਕਦੇ ਤਾਂ ਚੱਕਣਾ ਚਾਹੀਦਾ ਸੀ। ਹੋਰ ਕੰਟਰੀਆਂ ਦੇ ਵਿੱਚ ਹੈਗਾ ਵੀ ਜੇ ਸਾਲਾ ਪਿਆਜ਼ ਮਹਿੰਗਾ ਹੋਇਆ ਪਿਆਜ਼ ਖਾਣਾ ਬੰਦ ਕਰ ਦਿੰਦੇ ਆ। ਇੱਥੇ ਤਾਂ ਜਿੰਨਾ ਪਿਆਜ਼ ਉਹ ਸਟਾਕ ਕਰਨਾ ਸ਼ੁਰੂ ਕਰ ਦਿੰਦੇ ਆ, ਰੇਟਸ ਆਪਣੇ ਆਪ ਹੋਰ ਜ਼ਿਆਦਾ ਇਨਕਰੀਜ਼ ਹੋ ਜਾਂਦੇ ਆ। ਇੱਥੇ ਆਮ ਸਟਾਕਿੰਗ ਮੰਨੀ ਜਾਵੇ ਜ਼ਿੰਮੇਵਾਰੀ। ਇਹਦਾ ਆਮ ਬੰਦਾ ਜਿਹੜਾ ਹੈ ਉਹਦੇ 'ਚ ਇਨੀਸ਼ੀਏਟਿਵ ਹੀ ਨਹੀਂ ਲੈਂਦਾ। ਜਾਂ ਆਮ ਪਬਲਿਕ ਰੌਲਾ ਪਾਏ, ਸੜਕਾਂ 'ਤੇ ਆ ਜੇ, ਤੇ ਕਿਉਂ ਨਹੀਂ ਕੰਟਰੋਲ ਹੋ ਸਕਦਾ? ਸਰਕਾਰ ਨੂੰ ਕਰਨਾ ਹੀ ਪਏਗਾ ਨਾ ਉਸ ਚੀਜ਼ ਦੇ ਉੱਤੇ। ਉਹ ਕੋਈ ਬੋਲਦਾ ਹੀ ਨਹੀਂ। ਮੇਨ ਤਾਂ ਇਹ ਹੈ ਨਾ, ਆਮ ਪਬਲਿਕ ਤਾਂ ਚੁੱਪ-ਚਾਪ ਬੈਠੀ ਹੈ, ਬਸ ਸਿਰਫ ਗੱਲਾਂ ਮਾਰਨ ਨੂੰ ਹੈ। ਜਿਵੇਂ ਕਿ ਹੁਣ ਘਰ ਬਣਾਉਣੇ ਆ ਤਾਂ ਇਹਦੇ ਵਿੱਚ ਤੁਸੀਂ ਦੇਖਦੇ ਪਿਆ ਵੀ ਹੁਣ ਪਲਾਈ ਪਈ ਹੈ ਜਾਂ ਹੋਰ ਸਮਾਨ ਇੱਥੇ ਪਿਆ ਹੋਇਆ ਹੈ,
ਤਾਂ ਇਹਨਾਂ ਦੇ ਵਿੱਚ ਕਿੰਨੇ ਡਿਫਰੈਂਸ ਦੇਖਣ ਨੂੰ ਮਿਲਿਆ, ਕਿਉਂਕਿ ਮੇਨ ਦੇਖਣ ਨੂੰ ਮਿਲਦਾ ਕਿ ਲੋਹਾ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਲੱਗਦਾ ਹੈ ਜਾਂ ਫਿਰ ਹੋਰ ਚੀਜ਼ਾਂ ਲੱਗਦੀਆਂ? ਹਰ ਚੀਜ਼ ਦੇ ਵਿੱਚ, ਹਰ ਕੰਸਟਰਕਸ਼ਨ ਦੇ ਹਰ ਮਟੀਰੀਅਲ ਦੇ ਵਿੱਚ ਤੁਸੀਂ ਲਾ ਲਓ 20 ਤੋਂ 40% ਦਾ ਇਨਕਰੀਜ਼ ਹੋ ਗਿਆ। ਕਿਸੇ ਨੇ ਕਿੰਨਾ ਕੀਤਾ, ਕਿਸੇ ਨੇ ਕਿੰਨਾ ਕੀਤਾ, ਬਸ ਬਹਾਨਾ ਹੈ ਵੀ ਪਿੱਛੋਂ ਵੱਧ ਗਿਆ ਰੇਟ, ਪਿੱਛੋਂ ਵੱਧ ਗਿਆ ਰੇਟ। Implementation ਬਾਅਦ ਵਿੱਚ ਉਸ ਨੂੰ ਮੰਨੀ ਜਾਵੇ ਜ਼ਿੰਮੇਵਾਰੀ, ਯਸ ਵੀ ਆਪਣੇ ਹਿਸਾਬ ਦੇ ਨਾਲ ਸਾਰੇ ਰੇਟ ਤੈਅ ਕੀਤੇ ਜਾ ਰਹੇ ਨੇ। ਹਾਂ ਬਿਲਕੁਲ, ਜਿਹੜੇ ਕੁਝ ਘਰਾਣੇ ਆ ਉੱਪਰ ਦੇ ਕੁਝ ਬੰਦੇ ਆ ਉਹ ਕਾਰਪੋਰੇਟ ਹਾਊਸ ਉਹੀ ਰੇਟ ਕੰਟਰੋਲ ਕਰ ਰਹੇ ਆ, ਤਾਂ ਹੀ ਰੇਟਸ ਇਦਾਂ ਹੋ ਰਹੇ ਫਲਕਚੁਏਟ। ਨਹੀਂ ਤਾਂ ਪਹਿਲੇ ਆਪਾਂ ਅੱਜ ਤੋਂ 8-10 ਸਾਲ ਪਹਿਲੇ ਦੇਖਿਆ ਸੀ ਕਦੀ ਰੇਟ ਅੱਜ ਇੰਨਾ, ਸਵੇਰ ਨੂੰ ਇੰਨਾ ਹੋ ਗਿਆ, 15 ਦਿਨ ਬਾਅਦ ਇੰਨਾ ਹੋ ਗਿਆ, ਇਦਾਂ ਹੁੰਦਾ ਨਹੀਂ ਸੀ। ਜਿਵੇਂ ਕਿ ਹੁਣ ਦਿਮਾਗ ਦੇ ਵਿੱਚ ਟੈਨਸ਼ਨ ਲੈ ਕੇ ਬੰਦਾ ਪੈਂਦਾ ਵੀ ਹੁਣ ਸਵੇਰੇ ਪਤਾ ਨਹੀਂ ਕੀ ਰੇਟ ਹੋਣਾ। ਆਮ ਪਬਲਿਕ ਦਾ ਇਨਕਮ ਗਰੋਥ ਹੋ ਨਹੀਂ ਰਿਹਾ। ਹੁਣ ਐਗਜ਼ਾਮਪਲ ਤੁਸੀਂ ਲੇਬਰ ਲੈ ਲਓ, ਲੇਬਰ ਦੀ ਤੇ ਦਿਹਾੜੀ ਹੋਈ ਹੈ 500 ਰੁਪਏ 600 ਰੁਪਏ, ਉਹਦਾ ਜਿਹੜਾ ਰਾਸ਼ਨ ਦਾ 1.5 ਤੋਂ ਪੌਣੇ 2 ਗੁਣਾ ਵੱਧ ਗਿਆ। ਮਤਲਬ ਆਮ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਨੂੰ ਤਾਂ ਕੁਝ ਨਹੀਂ ਮਿਲ ਰਿਹਾ ਨਾ, ਖਾ ਤਾਂ ਉਤਲੇ ਵੱਡੇ ਬੰਦੇ ਰਹੇ ਹਨ। ਤੁਸੀਂ ਕਦੇ ਉਹ ਲੇਬਰ ਨਾਲ ਗੱਲ ਹੋਈ ਹੈ ਕਦੇ ਇਸ ਮੁੱਦੇ ਦੇ ਉੱਤੇ? ਲੇਬਰ ਨਾਲ ਗੱਲ ਹੁੰਦੀ ਸਾਡੇ, ਉਹ ਕਹਿੰਦੇ ਭਾਜੀ ਹਰ ਚੀਜ਼ ਮਹਿੰਗੀ ਹੋਈ ਜਾਂਦੀ, ਸਾਡੀ ਵੀ ਰੇਟ ਉੱਥੇ ਹੀ ਹੈ। ਲੇਬਰ ਨਹੀਂ, ਲੇਬਰ ਦਾ ਕਿੱਥੋਂ ਰੇਟ ਵਧਿਆ, ਕਿਹੜਾ ਠੇਕੇਦਾਰ ਰੇਟ ਵਧਾਉਂਦਾ, ਕੋਈ ਠੇਕੇਦਾਰ ਨਹੀਂ ਵਧਾਉਂਦਾ। ਤਾਂ ਹੁਣ ਅੱਗੇ ਜਿਹੜਾ ਫਿਊਚਰ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਇਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਇਸ ਦੇ ਜਿਹੜੇ ਫਲਕਚੁਏਟ ਹੋ ਰਹੇ ਨੇ ਜਿਹੜੇ ਰੇਟ ਉਹਨਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ? ਸਰਕਾਰ ਗਵਰਨਮੈਂਟ ਹੀ ਕੋਈ ਪਾਲਿਸੀ ਬਣਾਏ, ਪਬਲਿਕ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਮਿਲ ਕੇ, ਤਾਂ ਸਭ ਕੁਝ ਹੋ ਸਕਦਾ, ਨਹੀਂ ਤਾਂ ਫਿਰ ਜਿੱਦਾਂ ਚੱਲ ਰਿਹਾ ਉਦਾਂ ਹੀ ਚੱਲੀ ਜਾਣਾ। ਲੇਕਿਨ ਇਹ ਵੀ ਹੈ ਨਾ ਜਿਹੜੇ ਆਵਾਜ਼ ਚੱਕਦੇ ਫਿਰ ਉਹਨਾਂ ਦੀ ਆਵਾਜ਼ ਦਬਾਈ ਵੀ ਜਾਂਦੀ ਹੈ। ਨੈਚੁਰਲ ਗੱਲ ਹੈ, ਇੱਥੇ ਕੋਈ ਸਿਸਟਮ ਤਾਂ ਹੈ ਹੀ ਨਹੀਂ। ਹੁਣ ਐਗਜ਼ਾਮਪਲ ਜਿਵੇਂ ਇੱਥੇ ਗਵਰਨਮੈਂਟ ਚੇਂਜ ਹੋਈ ਹੈ, ਉਹਨੂੰ ਕਰਨ ਹੀ ਨਹੀਂ ਦੇ ਰਿਹਾ ਕੁਝ, ਉਸ 'ਤੇ ਰਿਸਟ੍ਰਿਕਸ਼ਨਸ ਹੀ ਇੰਨੀਆਂ ਜ਼ਿਆਦਾ ਹੈ। ਹੁਣ ਨਾਮ ਬੰਦਾ ਕਿਸ ਦਾ ਲਵੇ, ਸਭ ਨੂੰ ਦਿਖਦਾ ਹੀ ਹੈ। ਨਹੀਂ ਤਾਂ ਲਾਈਟ ਦੀ ਪ੍ਰੋਬਲਮ ਇੰਨੀ ਕਦੀ ਆਈ ਨਹੀਂ ਸੀ। ਲਾਈਟ ਦਾ ਮੁੱਦਾ ਹੈ, ਕਿੰਨੀ ਗਵਰਨਮੈਂਟਸ ਆਈਆਂ, ਮਨਮੋਹਨ ਦੀ ਗਵਰਨਮੈਂਟ ਆਈ, ਹੋਰ ਆਈਆਂ, ਮੋਦੀ ਦੀ ਆਈ, ਕਿਸੇ ਨੇ ਵੀ ਲਾਈਟ ਦੇ ਉੱਤੇ ਕੰਮ ਹੀ ਨਹੀਂ ਕੀਤਾ। ਅੱਜ ਵੀ ਉਹੀ ਪੁਰਾਣੇ 47 ਵਾਲਾ ਹੀ ਹਾਲ ਹੈ। ਐਗਜ਼ਾਮਪਲ ਅੱਜ ਤੋਂ 10-15 ਸਾਲ ਪਹਿਲੇ ਜੋ ਹਾਲ ਸੀ ਨਾ 6-6 ਘੰਟੇ ਦੇ ਕੱਟ, ਅੱਜ ਵੀ ਉਹੀ ਹਾਲ ਹੈ। ਤੇ ਫਿਰ ਤੁਹਾਡੀ ਫਿਰ ਸਾਈਡ ਦੇ ਉੱਤੇ ਕੰਮ ਖੜ ਜਾਂਦਾ ਹੋਣਾ ਫਿਰ ਇਸ ਨਾਲ? ਉਹ ਫਿਰ ਜਨਰੇਟਰ ਦੇ ਤੇਲ ਦੇ ਪੈਸੇ ਫੁੱਕੋ ਨਾ। ਜਨਰੇਟਰ ਪਹਿਲੇ ਤੇਲ ਆਂਦਾ 40 ਰੁਪਏ ਡੀਜ਼ਲ, ਹੁਣ ਆਂਦਾ 100 ਰੁਪਏ। ਸਾਰੇ ਪਾਸੇ ਉਹ ਮਾਰ ਹੈ ਮਤਲਬ। ਨੈਚੁਰਲ ਗੱਲ ਹੈ, ਕੰਮ ਤਾਂ ਰੋਕ ਹੀ ਨਹੀਂ ਸਕਦੇ ਨਾ ਤੁਸੀਂ। ਹਾਂ, ਜਿਹੜੇ ਕਈ ਬੰਦਿਆਂ ਕੋਲ ਬਜਟਸ ਨਹੀਂ ਸੀ, ਕਿਸੇ ਨੇ ਮਕਾਨ ਦਾ ਬਜਟ ਬਣਾਇਆ ਐਗਜ਼ਾਮਪਲ 50 ਲੱਖ, ਉਹਦਾ ਜੇ ਕਰੋੜ ਹੋ ਗਿਆ ਤੇ ਉਹ ਕੰਮ ਬੰਦ ਹੋ ਗਏ। 60-70% ਕੰਮਾਂ ਤੇ ਲੋਕਾਂ ਨੇ ਬ੍ਰੇਕ ਲਾਤੀ ਵੀ ਰੇਟ ਘਟਣਗੇ, ਪਰ ਇੰਡੀਆ 'ਚ ਕਦੀ ਹੋਇਆ ਰੇਟ ਵਧੇ ਹੋਣ ਤਾਂ ਕਦੀ ਘਟੇ? ਜੇ 10-20 ਰੁਪਏ ਵੱਧ ਵੀ ਗਏ ਤਾਂ ਉਹਨਾਂ ਨੇ 50 ਪੈਸੇ ਘਟਾ ਦੇਣਾ। ਲੇਕਿਨ ਸਰਕਾਰ ਕਹਿੰਦੀ ਵੀ ਅਸੀਂ ਕੰਟਰੋਲ ਕਰਨ ਦੇ ਵਿੱਚ ਪੂਰੇ ਲੱਗੇ ਹੋਏ ਆ, ਲੇਕਿਨ ਕੰਟਰੋਲ ਜਿਹੜਾ ਫਲਕਚੁਏਟ ਹੁੰਦੇ ਆ ਜਿਹੜੇ ਰੇਟ, ਪ੍ਰੈਕਟੀਕਲ ਵੇਜ ਤਾਂ ਅਸੀਂ ਦੱਸ ਸਕਦੇ ਹਾਂ ਨਾ, ਜਿਹੜੇ ਬੰਦੇ ਝੇਲਦੇ ਆ ਉਹਨੂੰ। ਆਮ ਪਬਲਿਕ ਦੱਸ ਸਕਦੀ ਹੈ ਵੀ ਕਿੰਨੇ ਰੇਟ ਵਧੇ ਆ। ਕੀ ਸਰਕਾਰ ਬੈਠ ਕੇ ਉੱਤੇ ਜੋ ਮਰਜ਼ੀ ਕਮਾਣ, ਉਹ ਤਾਂ ਕਹਿੰਦੀ 35 ਰੁਪਏ 'ਚ ਰੋਟੀ ਖਾ ਲੈਂਦਾ ਬੰਦਾ, ਉਹਨਾਂ ਨੂੰ 35 ਰੁਪਏ ਦੇ ਦਿਓ ਕਿ ਪੂਰੀ ਦਿਹਾੜੀ ਰੋਟੀ ਖਾ ਕੇ ਦਿਖਾ, ਕੋਈ ਪੋਸੀਬਲ ਹੀ ਨਹੀਂ ਆ। ਉਹ ਕਾਗਜ਼ੀ ਗੱਲਾਂ ਕਰਦੇ ਆ, ਪ੍ਰੈਕਟੀਕਲ ਵੇ ਦੇ 'ਚ ਗੱਲਾਂ ਨਹੀਂ ਕਰਦੇ। ਠੀਕ ਹੈ, ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਦੇਰੀ ਅਪਡੇਟਸ ਜੋੜ ਲਓ ਡਾਂਟਮਸ ਨਾਲ। ਕੈਮਰਾ ਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ ਲੁਧਿਆਣਾ।